अस्सलाम वालेकुम माय यूट्यूब फैमिली, क्या हाल है जी। मैं उम्मीद करती हूँ कि आप सब खैर खैरियत से होंगे इंशाअल्लाह ताला। और आज ये एक वीडियो लगाने लगी हूँ। प्लीज़ आप तमाम सब्सक्राइबर जिन्होंने सब्सक्राइब किया वो भी और जिन्होंने नहीं किया, ये मैं एक वीडियो लगा रही हूँ, आगे वो वीडियो लाजमी देखिएगा। और उसके बाद बताती हूँ ये कौन है, कहाँ की वीडियो है, कौन लोग हैं, मैं बाद में बताती हूँ आप लोगों को, ठीक है। और जो भी मेरे चैनल पे न्यू है सब्सक्राइब करता जाए, लाइक करता जाए, शेयर करता जाए, ताकि मैं भी अपने बच्चों के साथ मिल सकूं और जी सकूं। मेरे व्यूज़ बहुत कम हो गया। अच्छा, आप ये वीडियो देख लीजिए पहले। अस्सलाम वालेकुम। और सुनो बाजी, ठीक हो? ਸਾਨੂੰ ਫੌਜਕੀ ਤੇ ਚੱਲੇ ਆਏ ਪਏ ਤੇ ਘਰ ਦੇ ਆਏ ਨੇ ਤੇ ਉਹਨਾਂ ਨੇ ਇਹ ਗੱਲ ਕੀਤੀ ਬਈ, ਕਹਿੰਦੇ ਨੇ ਫੋਨ ਆਇਆ ਤੇ ਬਾਜੀ ਹੋਰੀ ਨੇ ਤੇ ਗੱਲ ਕਰ ਲਓ। ਐ ਹੁਣ ਆ ਕੇ ਤੇ ਮੈਂ ਮੇਰੀ ਗੱਲ ਕਰਾ ਛੜੋ ਬਾਜੀ ਨਾਲ ਦੇ ਨਾਲ। ਇਹ ਸਾਡੇ ਘਰ ਦੇ ਹਾਲਾਤ ਜੇ ਤੇ ਇਹ ਸਾਡੇ ਬੱਚੇ ਦਾ ਹਾਲਾਤ ਹੈ, ਤੁਹਾਨੂੰ ਦੱਸਿਆ ਵੀ ਆ। ਤੇ ਅਸੀਂ ਇਤਨੇ ਜੋਗੇ ਹੁੰਦੇ ਨਾ, ਅੱਲਾ ਦੀ ਜ਼ਾਤ ਹਰ ਮੂਮਨ ਮੁਸਲਮਾਨ ਨੂੰ ਅੱਛਾ ਹੀ ਵਕਤ ਦੇ, ਜਿਹਦਾ ਬੁਰਾ ਵਕਤ ਹੈ ਅੱਲਾ ਦੀ ਜ਼ਾਤ ਟਾਲੇ। ਤੇ ਅੱਲਾ ਜਿਹੜੇ ਬਿਮਾਰ ਨੇ ਰੱਬ ਕੁੱਲ ਨੂੰ ਹੀ ਸ਼ਿਫਾ ਦੇ, ਤੇ ਕੁੱਲ ਦੇ ਸਦਕੇ ਅੱਲਾ ਦੀ ਜ਼ਾਤ ਸਾਨੂੰ ਵੀ ਸ਼ਿਫਾ ਦੇ। ਇੱਕ ਇਨਸਾਨ ਹੀ ਇਨਸਾਨ ਦਾ ਸਹਾਰਾ ਹੁੰਦਾ ਹੈ ਤੇ ਰੱਬ ਦੀ ਜ਼ਾਤ ਹੀ ਹੈ। ਇਸ ਬੱਚੇ ਦਾ ਪਾਕ ਪਰਵਰਦਿਗਾਰ ਸਾਡੇ ਦਾ ਕੋਈ ਨੇਕ ਸਵੱਬ ਲਾਏ ਤੇ ਅਸੀਂ ਇਤਨੇ ਜੋਗੇ ਹੋਈਏ ਕਿ ਜਿਹੜੇ ਅਸੀਂ ਆਪਣੇ ਬੱਚੇ ਦਾ ਇਲਾਜ ਕਰਾ ਸਕੀਏ। ਇਹ ਲੱਤਾਂ ਦਾ ਵੀ ਆਪਰੇਸ਼ਨ ਕਰਾਏ ਆ, ਵੇਖਦੇ ਹੋ ਪਏ ਦੋਹਾਂ ਦਾ। ਇਹ ਹਾਲਤ ਹੈ ਬਾਜੀ। ਇਹ ਪੈਰਾਂ ਦਾ ਮੈਂ ਅੱਗੇ ਕਰਵਾ ਚੁੱਕਿਆ ਆਪਰੇਸ਼ਨ। ਇਹ ਵੇਖਦੇ ਹੋ ਪਏ, ਇਹ ਪੈਰਾਂ ਦਾ ਅੱਗੇ ਮੈਂ ਕਰਵਾਇਆ, ਪੈਰ ਟੇੜੇ ਆ। ਇਹ ਲਹਿਦਾ ਕਰਵਾਇਆ, ਇਹ ਡਿੰਗੇ ਤੋਂ ਹੀ ਕਰਵਾਇਆ ਹੈ। ਅਸੀਂ ਡਿੰਗੇ ਤੋਂ ਹੀ ਕਰਵਾਇਆ। ਤੇ ਇਹ ਘਰ ਹੈ ਸਾਡਾ ਮਾੜਾ ਜਿਹਾ ਕਿਰਾਏ ਤੇ ਅਸੀਂ ਰਹਿੰਦੇ ਹਾਂ, ਧੱਕੇ ਖਾਂਦੇ ਪਏ। ਹਾਲਾਤ ਵੇਖਦੇ ਪਏ, ਇਹ ਸਾਡੀ ਬਾਹਰ ਵਾਲੀ ਕੰਧ ਜੇ ਡਿੱਗੀ ਹੈ ਜਿਹੜੀ, ਜਿੱਥੇ ਅਸੀਂ ਰਹਿੰਦੇ ਹਾਂ ਪਏ ਕਿਰਾਏ ਤੇ। ਇੱਕੋ ਮਕਾਨ ਹੈ ਸਾਡੇ ਕੋਲ। ਇਹ ਵੇਖਦੇ ਪਏ ਕਮਰਾ। ਸਾਡੇ ਹਾਲਾਤ ਬੜੇ ਮਾੜੇ ਬੰਦੇ ਆ ਅਸੀਂ। ਇਸ ਬੱਚੇ ਦਾ ਸਾਨੂੰ ਸੋਚ ਕੇ ਅਸੀਂ ਬੜੇ ਪਰੇਸ਼ਾਨ ਆ। ਬੜਾ ਨੇਕੀ ਦਾ ਕੰਮ ਹੈ, ਬੜਾ ਇਹਦੇ ਵਿੱਚ ਅਜਰ ਲੱਭੇ ਦਾ ਤੁਹਾਨੂੰ ਰੱਬ ਦੀ ਜ਼ਾਤ ਪਾਕ ਦੇ ਦਾ। ਸਾਡੀ ਦੁਆ ਹੋਵੇ ਦੀ ਤੁਹਾਨੂੰ ਚੋਖਾ ਦੇ, ਕਿਸੇ ਦਾ ਮੁਤਾਜ ਨਾ ਕਰੇ। अस्सलाम वालेकुम। ਇਹ ਬਾਜੀ ਮੁੰਡੇ ਦੀਆਂ ਰਿਪੋਰਟਾਂ ਦੇ 2 ਵਾਰੀ MRI ਕਰਾਈ ਆਈ ਤੇ ਇਹ ਆਪਰੇਸ਼ਨ ਦੀਆਂ ਤੇ ਇਹ ਰਿਪੋਰਟਾਂ ਸਾਡੇ ਕੋਲ ਰੱਜੋ ਰੱਜ ਨੇ। ਡਾਕਟਰ ਅਸੀਂ ਛੱਡਿਆ ਤਾਂ ਕੋਨੀ, ਨਾ ਖਾਰੀਆਂ ਤੇ ਨਾ ਗੁਜਰਾਤ। ਸਿਰਫ ਛੋਟੇ ਵੱਡੇ ਪਿਸ਼ਾਬ ਦੀ ਰੀੜ ਦੀ ਹੱਡੀ ਦੀ ਵਜ੍ਹਾ ਤੋਂ ਆ ਕੇ ਨਾ ਛੋਟੇ ਵੱਡੇ ਪਿਸ਼ਾਬ ਦੀ ਗਰੰਟੀ ਨਹੀਂ ਨਾ ਕੋਈ ਦਿੰਦਾ। ਤੇ ਅਸੀਂ ਇੱਥੋਂ ਆ ਕੇ ਹਾਰ ਗਏ ਕਿ ਸਾਡੇ ਪੁੱਤਰ ਦਾ ਮੁਸਤਕਬਲ ਤੇ ਆਉਣ ਵਾਲੀ ਜ਼ਿੰਦਗੀ ਜਿਹੜੀ ਹੈ ਨਾ ਖਰਾਬ ਨਾ ਹੋਵੇ। ਤੇ ਹਰ ਮਾਂ ਬਾਪ ਦਾ ਹੀ ਦਿਲ ਕਰਦਾ ਕਿ ਸਾਡੀ ਔਲਾਦ ਅੱਲਾ ਦੀ ਜ਼ਾਤ ਤੰਦਰੁਸਤੀ ਦੇ ਤੇ ਕਿਸੇ ਕੇ ਪਾਸੇ ਵੱਲੋਂ ਕਮੀ ਪੇਸ਼ੀ ਨਾ ਆਵੇ। ਅੱਲਾ ਦੀ ਜ਼ਾਤ ਦੁਨੀਆ ਦੀ ਦੌਲਤ ਤੇ ਹਰ ਬੰਦੇ ਨੂੰ ਨਵਾਜ਼ਦਾ ਤੇ ਇਹ ਦੌਲਤਾਂ ਲੱਭਦੀਆਂ ਨੇ ਮੁਕੱਦਰਾਂ ਤੇ ਨਸੀਬਾਂ ਨਾਲ। ਤੇ ਜੇ ਇਸ ਤਰ੍ਹਾਂ ਦਾ ਕੋਈ ਮਸਲਾ ਬਣੇ ਤੇ ਹਰ ਮਾਂ ਪਿਓ ਦਾ ਦਿਲ ਕਰਦਾ ਦਿਲ ਤੇ ਜਾਨ ਦੀ ਵੀ ਬਾਜ਼ੀ ਲਾ ਕੇ ਤੇ ਆਪਣੇ ਬੱਚੇ ਨੂੰ ਅਸੀਂ ਸੇਫ ਰੱਖੀਏ। ਸਾਡਾ ਬੱਚਾ ਬਿਲਕੁਲ ਦੂਸਰੇ ਬੱਚਿਆਂ ਨਾਲ ਐਕਟਿਵ ਹੋਵੇ, ਨਾਰਮਲ ਹੋਵੇ। ਤੇ ਅੱਲਾ ਦੀ ਜ਼ਾਤ ਕਿਸੇ ਮੂਮਨ ਮੁਸਲਮਾਨ ਨੂੰ ਪੁੱਤਰਾਂ ਦੀ ਥੁੜ ਨਾ ਦੇ ਤੇ ਕੁੱਲ ਪਿੱਛੇ ਅੱਲਾ ਦੀ ਜ਼ਾਤ ਸਾਡੇ ਬੱਚੇ ਦੀ ਵੀ ਜ਼ਿੰਦਗੀ ਦੇ ਪਾਕ ਪਰਵਰਦਿਗਾਰ। ਅਸੀਂ ਤਾਂ ਕੋਸ਼ਿਸ਼ ਕਰਨੇ ਆ ਤੇ ਕਰਨ ਵਾਲਾ ਮਦਦ ਰੱਬ ਦੀ ਜ਼ਾਤ। ਆਪਣੇ ਗੈਬੀਅਤ ਦੇ ਖਜ਼ਾਨਿਆਂ 'ਚ ਮੇਰਾ ਮੌਲਾ ਸਾਡੇ ਪਰਦੇ ਵੀ ਰੱਖੇ, ਇੱਜ਼ਤ ਵੀ ਦੇ ਤੇ ਰੱਬ ਦੀ ਜ਼ਾਤ ਗੈਬੀਅਤ ਦੇ ਖਜ਼ਾਨਿਆਂ 'ਚ ਸਾਡੀ ਮਦਦ ਕਰੇ। ਸਾਡੀ ਕਿਸੇ ਪਾਸਿਓਂ ਬੇਇੱਜ਼ਤੀ ਨਾ ਹੋਵੇ, ਅੱਲਾ ਦੀ ਜ਼ਾਤ ਕਿਸੇ ਪਾਸਿਓਂ ਇਨਸਲਟ ਨਾ ਹੋਵੇ। ਮੇਰਾ ਮੌਲਾ ਪਾਕ ਪਰਵਰਦਿਗਾਰ ਆਪਣੇ ਪਾਕ ਮਹਿਬੂਬ ਦੇ ਸਦਕੇ ਕਰਕੇ ਸਾਡੇ ਬੱਚੇ ਦੇ ਵਾਸਤੇ ਮੇਰਾ ਮਾਲਕ ਸਾਡੀ ਮਦਦ ਕਰੇ ਤੇ ਸਾਡੀ ਗੈਬੀਅਤ ਦੇ ਖਜ਼ਾਨਿਆਂ ਤੋਂ ਕਰਮ ਹੋ ਜਾਣ। अच्छा जी, ये ना मेरी एक जानने वाली हैं, उन्होंने मुझे कल कहा था, कल तस्वीर भेजी थी सिर्फ इस बच्चे की कि आप लोग अकाउंट नंबर आप लगा दो। किसी ने अल्लाह के लिए इनकी हेल्प करनी हुई तो वो कर देंगे अपनी खुशी से, क्योंकि आपके सब्सक्राइबर भी हैं। और आप एक दफ़ा ये YT पे डाल दो। मुझे नहीं पता इससे पहले इन्होंने ये चीज़ें फ़ेसबुक पे चढ़ाई हैं या नहीं चढ़ाई, मैंने नहीं पूछा। मैंने आपको पता ना नंबर दिया हुआ है, जिसने भी मुझे ये वीडियो भेजी है मैंने डिटेल में नहीं गई। मुझे अल्लाह पे यकीन है, मैंने डाल दी। मैंने कहा चलो इनकी हेल्प हो जाएगी। बच्चे तो सबके एक जैसे होते हैं, अल्लाह जानता है मेरा उनसे कोई वास्ता। मैंने देखे तक नहीं ये कौन लोग हैं, कहाँ रहते हैं, मुझे तो ये भी नहीं पता। हाँ, जिसने मुझे वीडियो भेजी है उनको जानती हूँ मैं। मेरे हस्बैंड ने तो मुझे मना कर दिया था, कहते हैं झूठ होगा, ये होगा। मैंने कहा नहीं, जब तस्वीर आई थी तब मना कर दिया था। मैंने कहा नहीं, ऐसे नहीं कहते,
میں نے ان سے کہا آپ لوگ مجھے ویڈیو بھیجے، تصویر تو بندہ فیس بک سے بھی اٹھا سکتا ہے کہیں سے بھی، تو پھر وہ انہوں نے ویڈیو بھیجی، ساتھ وائس بھی بھیجی۔ پھر میں نے کہا چلو کیا پتہ ان کا بھلا ہو جائے۔ تو آپ لوگوں سے ریکویسٹ ہے، اگر آپ لوگوں نے اللہ کے راہ پہ کوئی پیسے دینے ہیں یا کچھ مدد کرنی ہے تو ان کی آپ مدد کر دیں، اور دعا بھی کریے گا، بلکہ میں سب کے بچوں کے لیے دعا کرتی ہوں، اللہ پاک سب کے بچوں کو صحت تندرستی دے۔ اور میری تو ویڈیوز کی حالت ہی نہیں ہے، کوئی ویوز نہیں، کل سیاح یار وہ نیچے چلے گئے ہیں، پتہ نہیں کیوں۔ میں اتنی خوش رہنے لگ گئی تھی، میں نے کہا تھا چلو، آپ لوگوں نے دیکھا ہے کہ پچھلی کتنی ویڈیوز میں نے کوئی شکوہ شکایت نہیں کی، کچھ نہیں کہا، میں خوش تھی۔ میں نے کہا چلو اللہ کرے گا انشاءاللہ تعالی چل جائے گا چینل، تو میں بھی کچھ نہ کچھ کر لوں گی۔ کچھ دنوں بعد میری بھابھی عمرے سے آئے گی، اس سے ملنے جانا ہے، وہ بھی میرے بچوں کے گھر کے پاس گھر ہے، میں اپنے بچوں کے ساتھ باہر جاؤں گی، بچوں کو کوئی کپڑا لے دوں گی، کچھ کر دوں گی، لیکن مجھے نہیں لگ رہا کیونکہ ویوز ہی بہت ڈاؤن ہے۔ تو ابھی چھت پہ آئے ہیں تو میں نے کہا ہسبینڈ کی بیٹی کو میرے پاس آج کوئی ویڈیو نہیں میں نے بنائی، تو آپ نے ان کے کپڑے کل سے میرے کمرے میں پڑے تھے، بارش تھی نا ادھر رکھ دیے تھے، تو آپ کپڑے تھوڑے سے پھیلا دو، میں ویڈیو بنا لوں تھوڑی سی، چلو، اور ساتھ میں اپنے سبسکرائبروں سے بات کر لوں گی۔ میں نے اپنے ہسبینڈ کو کہا، اچھا جنہوں نے نہیں دیکھا تو یہ ادھر میں رہتی ہوں اوپر، وہ سامنے جو کمرہ ہے وہ میرا کمرہ ہے، تو اچھا میں نے کہنا تھا، ہاں ہسبینڈ سے میں نے بات کی، میں نے کہا یوٹیوب کی انکم آئے گی تو 1-2 دفعہ، اگر اتنی مجھے نہیں پتہ کتنی ہوگی، نہیں ہوگی، زیادہ ہوگی، تھوڑی ہوگی، نہیں پتہ، میں نے ان کو کہا میرے پاس الماری جو ہے آپ لوگوں کی ہے پرانی والی، میں لکڑی کی الماری لینا چاہتی ہوں، میں اپنا کمرہ سیٹ کرنا چاہتی ہوں، چلو ممٹی صحیح لیکن اس کو میں ٹھیک کرنا چاہتی ہوں، نیچے کارپیٹ ڈال لیتی ہوں، تو فرنیچر کو پالش کر لیتی ہوں۔ دیکھو صفائی تو بندے کے ہاتھ میں ہوتی ہے نا، غریبی میری سے اس کا کوئی تعلق نہیں، وہ بھی کر لیتی ہوں، ساتھ میں یہ دروازے کے آگے موٹے پردے لگا لیتی ہوں، نیچے کارپیٹ ڈال کے الماری لکڑی کی، اور جو صوفے پرانے آپ کی بہن کے ہیں ان کو دے دو کسی کو، باہر فرنیچر والے کو، اور پیسے ڈال کے مجھے نیو چھوٹے چھوٹے صوفے نہیں ہوتے، وہ جو چھوٹے چھوٹے ہوتے ہیں لکڑی کے نیو ڈیزائن کے، وہ لے دو۔ میرے ہسبینڈ نے صاف منع کر دیا، کہتے ہیں نہیں تم انکم نہیں لو گی، نہ تم نکلواؤ گی، نہ تم خرچ کرو گی، ان کو ادھر ہی رہنے دو، میں نے گاڑی لینی ہے کاروبار کے لیے تو اس میں پیسے ڈالوں گا۔ تو اب میں آگے سے چپ، میں نے کہا کہیں گے کہ ہم نے اس کو رکھا ہے اور احسان بھی نہیں مانتی، میں نے کہا نہیں، آپ گاڑی میں اپنے پیسے ڈالو، اپنے کسی اور سے، مطلب میں سوچ رہی تھی کہ کہوں کہ، لیکن پھر میں کچھ نہیں کہہ سکی، میں نے کہا ٹائم آئے گا تو دیکھا جائے گا، لیکن میں انکم اس لیے محنت کر رہی ہوں، اس لیے سب کے ساتھ ولاگنگ کرنا کوئی آسان نہیں ہوتا، بہت زیادہ مشکل کام ہے، کر رہی ہوں کہ چلو تھوڑی سی انکم آئے گی، کبھی شروع ہو جائے گی تو میں اپنے بچوں کے ساتھ 2 کمروں کا مکان لے کر اپنے بچوں کو بلا سکوں گی، بہت دل کر رہا ہے، ان کی چھٹیاں ہونے والی ہیں تو وہ پورا رمضان میرے ساتھ رہے، میں ان کو سحری افطاری دوں، لیکن مجھے مشکل لگ رہا ہے یہ سب۔